दिल पाकिस्तान जा जा पाकिस्तान। वो बड़ा दुश्मन बना फिरता है, हम फनकारों से डरता है। तुसी सियासतदान हो? ਓਏ ਆਹੋ ਸਿਆਸਤਦਾਨ ਬਾਅਦ ਚ ਗਏ, ਅਸੀਂ ਪਹਿਲੇ ਤੇ ਫਨਕਾਰ ਹੀ ਹੈਗੇ ਆ। ਕਿੱਲੇ ਉੱਤੇ ਕਿੱਲਾ ਤੇ ਕਿੱਲੇ ਉੱਤੇ ਮੱਝ, ਪਿੱਛੇ ਪੈ ਗਏ ਡਾਂਗਾਂ ਲੈ, ਭੱਜ ਮੂਤੀ ਭੱਜ, ਭੱਜ ਮੂਤੀ ਭੱਜ। अस्सलाम वालेकुम, मेरा नाम उस्मान शफीक है और आप देख रहे हैं आप सबका पसंदीदा आपका अपना फैमिली शो नकलबादियाँ। आज के नकलबादियाँ में मेरे साथ जो मेहमान मौजूद हैं, अगर मैं ये कहूँ कि वो सियासत के कपिल शर्मा हैं तो गलत ना होगा। वो सियासत में आए, वो एक इंडस्ट्री में वो नाकाम हुआ, ये उनसे जाके पूछेंगे वो कौन सी इंडस्ट्री थी जिसमें वो नाकामी के बाद इस इंडस्ट्री में आए, यानी कि सियासी इंडस्ट्री में आए। वो सियासी इंडस्ट्री में आते साथ ही उन्होंने कामयाबी के झंडे गाड़ दिए। उनका ताल्लुक चढ़ते पंजाब के वजीर आला भगवंत मान के साथ आज हम इंटरव्यू करने जा रहे हैं, क्योंकि 2027 का इलेक्शन उसकी तैयारियां सर चढ़ के बोल रही हैं। ਹੋਰ ਕੋਈ ਕੰਮ ਨਹੀਂ, ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ। ਮੈਂ ਕੀ ਵਿਗਾੜਤਾ ਵੀ ਪੰਜਾਬ ਦਾ? ਉਹ ਬਾਬੇ ਨਾਨਕ ਦੀ ਧਰਤੀ ਆ, ਉਹ ਭਗਤ ਸਿੰਘ ਦੀ ਧਰਤੀ ਆ, ਬਾਬੇ ਫਰੀਦ ਦੀ ਧਰਤੀ ਆ। ਇੱਥੇ ਬਰਕਤਾਂ ਨਹੀਂ ਇੱਥੋਂ ਜਾ ਸਕਦੀਆਂ। ਸਤਿ ਸ੍ਰੀ ਅਕਾਲ। ਧੰਨ ਭਾਗ ਸਾਡੇ ਤੁਸੀਂ ਲੋਕ ਆਏ ਸਾਨੂੰ ਸੁਣਨ ਲਈ। अस्सलाम वालेकुम भगवंत मान साहब, तुसी सानू सुन पा रहे जे? ਹਾਏ ਹਾਏ ਹਾਫਜ਼, ਮੈਂ ਤੇ ਚੰਗੀ ਭਲੀ ਤੁੰਨ ਪਾ ਰਿਹਾ ਵਾਂ ਇੱਥੇ। ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਖੁਸ਼ ਆਮਦੀਦ। ओ बड़ा बड़ा तेरा शुक्रिया शुक्रिया हाफिज। और सुना घर जिया जंत ठीक है? सब खैर खैरियत है। ਤੁਸੀਂ ਸੁਣਾਓ ਇਲੈਕਸ਼ਨ ਦੀ ਤਿਆਰੀਆਂ ਕਿਹੋ ਜੀਆਂ ਜਾ ਰਹੀਆਂ ਨੇ? ਇਲੈਕਸ਼ਨ ਦੀਆਂ ਤਿਆਰੀਆਂ ਤੇ ਹਾਫਿਜ਼ ਇੰਜ ਹੀ ਹੋ ਰਹੀਆਂ ਨੇ ਜਿੰਨ ਵਿਆਹ ਵਾਲੇ ਘਰ ਦੇ ਵਿੱਚ ਸੂਟ ਨਵਾਂ ਆਵੇ। ਅੱਛਾ, ਤੇ ਚਾਰ ਬੰਦੇ ਪਸੰਦ ਕਰਦੇ ਤੇ ਇੱਕ ਕਹਿੰਦਾ ਤੇ ਇਹ ਮੋਤੀ ਹੁੰਦੇ ਤੇ ਉਹ ਠੀਕ ਹੋ ਜਾਣਾ ਸੀ। ਤੇ ਉਹ ਬਸ ਉਂਝ ਹੀ ਮੋਤੀ ਲਾਂਡੇ ਆ ਤੇ ਸੂਟ ਤੇ ਸਿਲ ਗਿਆ। ਅੱਛਾ ਹਾਂ, ਚੜ੍ਹਦੇ ਪੰਜਾਬ ਦੇ ਇਲੈਕਸ਼ਨਾਂ ਦੀ ਕੈਂਪੇਨ ਜਿਹੜੀਆਂ ਤੁਹਾਡੀਆਂ ਰੈਲੀਆਂ ਤੁਹਾਡੇ ਜਲਸੇ ਲਹਿੰਦੇ ਪੰਜਾਬ ਦੇ ਵੀ ਤੁਹਾਡੇ ਵੀਰ ਤੁਹਾਡੀਆਂ ਭੈਣਾਂ ਬੜੇ ਸ਼ੌਕ ਨਾਲ ਵੇਖਦੀ ਪਈ ਆ। ਉਹ ਬੜਾ ਧੰਨਵਾਦ ਉਹਨਾਂ ਦਾ ਜਿਹੜੇ ਮੇਰੇ ਵਰਗੇ ਬੰਦੇ ਨੂੰ ਵੀ ਪਿਆਰ ਕਰਦੇ ਨੇ। ਉਹ ਜੇ ਤੁਸੀਂ ਚੱਜ ਦੇ ਨਿਕਲੇ ਆਉਂਦੇ ਭਾਈ, ਸਾਨੂੰ ਆਉਣ ਦੀ ਕੀ ਲੋੜ? ਸਾਡੀਆਂ ਕਰਤੂਤਾਂ ਕਰਕੇ ਇੱਥੇ ਆਏ ਆ। ਨਹੀਂ ਤੁਸੀਂ ਪਿਆਰ ਦੇ ਕਾਬਲ ਹੋ, ਕਿਉਂਕਿ ਤੁਸੀਂ ਸਾਡਾ ਜਿਹੜਾ ਦੁਸ਼ਮਣ ਹੈਗਾ ਮੋਦੀ, ਠੀਕ ਹੈ, ਉਹ ਤੁਹਾਡਾ ਵੀ ਦੁਸ਼ਮਣ ਹੈ। ਉਹ ਬੜਾ ਦੁਸ਼ਮਨ ਬਣਾ ਫਿਰਤਾ ਹੈ, हम फनकारों से डरता है। ਹੁਣ ਤੁਸੀਂ ਸਿਆਸਤਦਾਨ ਹੋ? ਓਏ ਆਹੋ ਸਿਆਸਤਦਾਨ ਬਾਅਦ ਚ ਗਏ, ਅਸੀਂ ਪਹਿਲੇ ਤੇ ਫਨਕਾਰ ਹੀ ਹੈਗੇ ਆ। ਭਗਵੰਤ ਮਾਨ ਸਾਹਿਬ, ਇਸ ਟਾਈਮ ਤੁਹਾਡੀ ਜਨਤਾ ਜਿਹੜੀ ਜਲਸਾਗਾਹ ਦੇ ਵਿੱਚ ਤੁਸੀਂ ਮੌਜੂਦ ਹੋ, ਉਹ ਵੀ ਤੁਹਾਨੂੰ ਸੁਣ ਰਹੀ ਏ। ਉਹ ਸੁਣੇ ਤੇ ਨਕਲਬਾਜ਼ੀਆਂ ਦੇ ਜਿਹੜੇ ਵੀਵਰ ਨੇ, ਨਾਜ਼ਰੀਨ ਨੇ, ਉਹ ਵੀ ਤੁਹਾਨੂੰ ਬੜੇ ਗੌਰ ਨਾਲ ਸੁਣਦੇ ਪਏ ਨੇ। ਉਹ ਸੁਣਦੇ ਕੀ, ਨਾਲ ਉੱਤੇ ਵੇਖਦੇ ਪਏ ਨੇ, ਨਾਲ ਤੁਹਾਨੂੰ ਸੁਣ ਵੀ ਰਹੇ ਨੇ। ਇਹ ਵੇਖਦੇ ਪਏ ਨੇ। ਉਹ ਤੁਹਾਡੀ ਜੁਖਤ ਲਾਉਣ ਦਾ ਸਟਾਈਲ ਬੜਾ ਸ਼ਾਨਦਾਰ ਹੈ। ਮੈਂ ਪੋਤੜੇ ਫਰੋਲ ਦੂੰ ਇਹਨਾਂ ਦੇ। ਮੇਰੇ ਕੋਲ ਕੱਲੀ ਗੱਲ ਪਈ ਆ, ਨਹੀਂ ਤਾਂ ਇਹ ਡਰਦੇ ਨੇ ਇਹ ਵੀ ਇਹ ਦੱਸ ਦਿੰਦਾ ਯਾਰ ਬਾਲਾ ਪੰਗਾ ਹੈ। ਸਾਂ ਇੱਕ ਸ਼ੇਰ ਬਣਾਇਆ, ਯਾਦ ਆ ਗਿਆ ਮੈਨੂੰ। ਹਾਫਿਜ਼ ਤੇਰੇ ਸ਼ੋਅ ਦੀ ਵਜ੍ਹਾ ਤੋਂ ਵੀ ਚੱਲ ਜਾਏਗਾ, ਮੋਦੀ ਤੱਕ ਪਹੁੰਚ ਜਾਏਗਾ। ਅੱਛਾ, ਕਿੱਲੇ ਉੱਤੇ ਕਿੱਲਾ ਤੇ ਕਿੱਲੇ ਉੱਤੇ ਮੱਝ, ਪਿੱਛੇ ਪੈ ਗਏ ਡਾਂਗਾਂ ਲੈ, ਭੱਜ ਮੂਤੀ ਭੱਜ, ਭੱਜ ਮੂਤੀ ਭੱਜ। ਤੁਹਾਡੀਆਂ ਇਹੋ ਜਿਹੜੀਆਂ ਫਨਕਾਰੀਆਂ ਔਰ ਇਹੋ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਨਾ, ਉਹਦੇ ਨਾਲ ਲੱਗਦਾ ਜਨਤਾ ਤੁਹਾਡੇ ਨਾਲ ਬਹੁਤ ਹੀ ਪਿਆਰ ਕਰਦੀ ਹੈ। ਲੈ ਉਹ ਜਨਤਾ ਤੈਨੂੰ ਪਤਾ ਸਾਰੀ ਜ਼ਿੰਦਗੀ ਤੇ ਵੇਖ ਤੇ ਸਹੀ ਹਾਫਿਜ਼, ਉਹ ਤੁਹਾਡੇ ਪਾਕਿਸਤਾਨ ਦੇ ਵਿੱਚ ਉਹ ਮੁਨੱਵਰ ਜ਼ਰੀਫ ਹਾਲੇ ਤੱਕ ਨਹੀਂ ਦੁਨੀਆ ਭੁੱਲੀ। ਕਿਉਂ ਨਹੀਂ ਭੁੱਲੀ? ਉਹ ਨਾਮ ਹੈ, ਲੈਜੈਂਡ ਨੇ ਜੀ। ਮੈਨੂੰ ਲੱਗਦਾ ਤੁਹਾਡੇ ਇਸ ਮੁਲਕ ਦੇ ਵਿੱਚ ਜਿੰਨੇ ਵੀ ਫਨਕਾਰ ਨੇ ਉਹ ਸਿਆਸਤ ਵਾਲੀ ਸਾਈਡ ਤੇ ਆ ਰਹੇ ਨੇ। ਹਾਂਜੀ, ਦੇਖੋ ਕੋਈ ਵੀ ਸਾਈਡ ਹੁੰਦੀ ਹੈ ਨਾ, ਉਧਰ ਕਿਸੇ ਨੂੰ ਆਣਾ ਪੈਂਦਾ। ਲੇਕਿਨ ਉਹ ਵਜ਼ੀਰ ਆਲਾ ਤੇ ਬਣੀ ਜਾ ਰਹੇ ਹੋ। ਵਿਜੇ ਥਲਾਪਤੀ ਜਿਹੜਾ ਵੀ ਉਹ ਤਾਮਿਲਨਾਡੂ ਦਾ ਵਜ਼ੀਰ ਆਲਾ ਬਣ ਗਿਆ। ਉਹ ਵਿਜੇ ਥਲਾਪਤੀ ਵੀ ਸਮਝ ਮੈਂ ਹੀ ਹੈਗਾ। ਉਹ ਤਾਮਿਲ ਦਾ ਭਗਵੰਤ ਮਾਨ ਹੈ ਤੇ ਮੈਂ ਪੰਜਾਬ ਦਾ ਵਿਜੇ ਥਲਾਪਤੀ ਹਾਂ। ਭਗਵੰਤ ਮਾਨ ਸਾਹਿਬ 4.5 ਸਾਲ ਹੋ ਗਏ ਨੇ ਤੁਸੀਂ ਵਜ਼ੀਰ ਆਲਾ ਹੈਗੇ। ਬਾ ਗੁਰੂਆਂ ਦੀ ਕਿਰਪਾ ਹੋ, ਤੈਨੂੰ ਕੀ ਦੱਸਾਂ। 2027 ਚ ਇਲੈਕਸ਼ਨ ਆ ਰਹੇ ਨੇ, ਤੁਹਾਨੂੰ ਉਮੀਦ ਹੈ ਤੁਸੀਂ ਦੁਬਾਰਾ ਵਜ਼ੀਰ ਆਲਾ ਬਣ ਜਾਓਗੇ? ਓਹੋ, ਹੁਣ ਜਿਹੜਾ ਮੈਂ ਕੋਈ ਲਤੀਫਾ ਸੁਣਾਇਆ ਤੁਹਾਨੂੰ?
ਉਹ ਇੱਕ ਬੰਦੇ ਨੇ ਬਿੱਲੀ ਪਾਲੀ ਸੀ, ਅੱਛਾ ਉਹਨੂੰ ਬੜੀ ਵਾਰੀ ਤੋੜੇ 'ਚ ਪਾ ਕੇ ਦੂਰ ਛੱਡ ਕੇ ਆਂਦਾ ਸੀ ਅੱਛਾ ਤੇ ਉਹ ਜਦੋਂ ਬੰਦਾ ਘਰ ਪਹੁੰਚਦਾ ਸੀ ਬਿੱਲੀ ਪਹਿਲੇ ਪਹੁੰਚੀ ਹੁੰਦੀ ਸੀ। ਇਹ ਹੁਣ ਜਿਹੜਾ ਸਾਡਾ ਸੀਐਮ ਹਾਊਸ ਹੈ ਪੰਜਾਬ ਦਾ, ਇਹਨੂੰ ਹੁਣ ਆਦਤ ਪੈ ਗਈ ਹੈ ਕਦੀ ਇਹ ਮੇਰੀ। ਹੁਣ ਮੈਨੂੰ ਕੋਈ ਜਿੱਥੇ ਵੀ ਛੱਡ ਕੇ ਆਏਗਾ ਮੈਂ ਫਟਾਫਟ ਆ ਕੇ ਉਹ ਸੀਐਮ ਦੀ ਕੁਰਸੀ ਤੇ ਬਹਿ ਜਾਣਾ, ਕਿਉਂਕਿ ਹੁਣ ਮੁੱਖ ਮੰਤਰੀ ਅੱਗੇ ਭਗਵੰਤ ਮਾਨ ਲਿਖਿਆ ਹੀ ਅੱਛਾ ਲੱਗਦਾ। ਮੈਨੂੰ ਨਾ ਤੁਹਾਡੇ ਵਜ਼ੀਰ ਆਲਾ ਤੋਂ ਇੱਕ ਗੱਲ ਯਾਦ ਆਈ। ਮੈਂ ਤੁਹਾਡੇ ਇੱਕ ਇੰਟਰਵਿਊ ਦੇਖ ਰਿਹਾ ਸੀ, ਉਹਦੇ ਵਿੱਚ ਤੁਸੀਂ ਕਿਹਾ ਕਿ ਮੈਂ ਵਜ਼ੀਰ ਆਲਾ ਹਾਊਸ ਤੋਂ ਲੰਘਣਾ ਹੁੰਦਾ ਸਾਂ ਤੇ ਮੈਂ ਲੋਕਾਂ ਨੂੰ ਕਹਿੰਦਾ ਹੁੰਦਾ ਸਾਂ ਇਹ ਮੇਰਾ ਦਫ਼ਤਰ ਹੈ, ਮੈਂ ਇੱਥੇ ਬਹਿਣਾ ਵੇ। ਉਹ ਤੁਸੀਂ ਵਾਕਈ ਉੱਥੇ ਬਹਿ ਗਏ ਹੋ। ਤੁਹਾਨੂੰ ਕੋਈ ਕਹਿ ਰਿਹਾ ਸੀ ਕਿ ਤੁਸੀਂ ਇਹ ਕਹੋ ਕਿ ਤੁਹਾਡਾ ਖਾਬ ਸੀ, ਖਵਾਈ ਸੀ, ਉਹ ਜਿਹੜੀ ਪੂਰੀ ਹੋ ਗਈ ਹੈ? ਉਹ ਮੈਂ ਖਲੋ ਜਾਂਦਾ ਹੁੰਦਾ ਸਾਂ ਉੱਥੇ, ਉਹ ਜਿਹੜੇ ਉੱਥੋਂ ਦੇ ਸਿਕਿਉਰਟੀ ਵਾਲੇ ਨੇ ਉਹ ਸਲੂਟ ਮਾਰਦੇ ਸਨ ਤੇ ਮੈਂ ਅੱਗੇ ਇੰਝ ਕਰਕੇ ਖਲੋ ਜਾਂਦਾ ਹੁੰਦਾ। ਸਹੀ। ਮੈਂ ਦਿਲ 'ਚ ਕਹਿਣਾ ਹਾਂ ਕਿੰਨੀ ਕੁ ਦੇਰ ਮੇਰੇ ਤੋਂ ਬਗੈਰ ਸਲੂਟ ਮਾਰੋਗੇ। ਇੱਕ ਦਿਨ ਇਹ ਆਏਗਾ ਕਿ ਮੈਂ ਇੱਥੋਂ ਲੰਘਾਂਗਾ ਤੇ ਤੁਸੀਂ ਮੇਰੇ ਸਾਹਮਣੇ ਸਲੂਟ ਮਾਰੋਗੇ। ਤੁਹਾਡਾ ਪ੍ਰਧਾਨ ਮੰਤਰੀ ਬਣਨ ਦਾ ਵੀ ਕੋਈ ਪ੍ਰੋਗਰਾਮ ਹੈਗਾ ਕਿ ਨਹੀਂ ਹੈਗਾ? ਉਹ ਵੀ ਹੁਣ ਅਗਲਾ ਜਿਹੜਾ ਦੇਖ ਮੈਨੂੰ ਕੱਲ ਖਾਬ ਆਇਆ, ਉਹ ਖਾਬ 'ਚ ਮੈਂ ਕੀ ਵੇਖਣਾ ਪਿਆ ਕਿ ਵਜ਼ੀਰ ਆਜ਼ਮ ਹਾਊਸ ਬੈਠਾ ਰੋਣ ਡਿਆ। ਉਹਦਾ ਮੈਂ ਸਿਰ ਲੱਤਾਂ 'ਚ ਰੱਖਿਆ। ਅੱਛਾ ਹਾਂ, ਉਹਦਾ ਕਿਹੜਾ ਸਿਰ? ਵਜ਼ੀਰ ਆਜ਼ਮ ਹਾਊਸ ਬਿਲਡਿੰਗ ਹੁੰਦੀ ਹੈ, ਉਹਦਾ ਸਿਰ ਕਿੱਥੋਂ ਆ ਗਿਆ? ਹੈ ਬਸ ਇਸ ਗੱਲ ਤੇ ਪੱਕਾ ਰਹੀ ਕਿ ਵਜ਼ੀਰ ਆਜ਼ਮ ਹਾਊਸ ਦਾ ਸਿਰ ਨਹੀਂ ਹੁੰਦਾ, ਉੱਤੇ ਬਿਲਡਿੰਗ ਹੈ। ਉੱਥੇ ਅੰਦਰ ਜਿਹੜੇ ਰਹਿ ਰਹੇ ਹੁੰਦੇ ਨੇ ਨਾ, ਉਹਨਾਂ ਦਾ ਸਿਰ ਹੁੰਦਾ। ਉਹਨਾਂ ਦਾ ਸਿਰ ਤੇ ਰਿਹਾ ਹੀ ਨਹੀਂ ਕਿਤੇ, ਉਹਨਾਂ ਦਾ ਸਿਰ ਤੇ ਤੁਹਾਡੇ ਹਾਫਿਜ਼ ਆਸਮ ਮਨੀਰ ਨੇ ਵੱਢ ਛੱਡਿਆ। ਆਰਮੀ ਚੀਫ ਹਾਫਿਜ਼ ਆਸਮ ਮਨੀਰ ਸਾਹਿਬ, ਉਹਨਾਂ ਵੱਢਿਆ ਮੋਦੀ ਦਾ ਸਿਰ। ਉਹ ਮੈਂ ਫੜ ਕੇ ਇੰਜ ਟੰਗ ਦੇਣਾ। ਜਦੋਂ ਸਾਡੀ ਆਰਮੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਸਰਬਰਾਹੀ ਦੇ ਵਿੱਚ ਤੁਹਾਨੂੰ ਤੁਹਾਡਾ ਮੋਦੀ ਦਾ ਗਰੂਰ, ਤੁਹਾਡਾ ਨਹੀਂ ਮੋਦੀ ਦਾ, ਤੁਹਾਡਾ ਨਾ ਸਾਡਾ ਕਿੱਥੇ ਮੋਦੀ? ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਹੈ ਨਾ ਉਹ। ਅੱਛਾ ਲੈ ਕਹਿ ਸਕਦਾ, ਤੁਸੀਂ ਉਹਨੂੰ ਮੰਨਦੇ ਹੋ ਨਾ ਪ੍ਰਧਾਨ ਮੰਤਰੀ? ਅਸੀਂ ਤੇ ਮੰਨਦੇ ਆ, ਕੋਸ਼ਿਸ਼ ਕਰਨੇ ਆ ਖਾਲਿਸਤਾਨ ਨੂੰ ਉਹਦੇ ਲਈ ਲੱਗੇ ਆ ਉਹ ਬਣ ਜਾਏ। ਖਾਲਿਸਤਾਨ ਹੀ ਇਕੱਲਾ ਦਾ ਬਣਾਉਣਾ ਚਾਹ ਰਹੇ ਤੁਸੀਂ? ਜਿਹਦਾ ਨਾਂ ਹੀ ਖਾਲਸ ਹੈ ਤੇ ਉਹ ਖਾਲਿਸਤਾਨ ਲੈਦਾ ਹੀ ਹੋਏਗਾ। ਯਾਨੀ ਕਿ ਤੁਹਾਡੀ ਦੀ ਆਪਣੀ ਲੜਾਈ ਚੱਲਦੀ ਪਈ ਹੈ ਮੋਦੀ ਦੇ ਨਾਲ? ਓਏ ਉਹ ਮੋਦੀ ਨਾਲ ਬੜੀਆਂ ਲੜਾਈਆਂ, ਮੇਰੀ ਕਮੇਟੀ ਖਾ ਗਿਆ। ਮੈਨੂੰ ਜਵਾਬ ਦਿਓ ਤੁਸੀਂ, ਜਿਸ ਟਾਈਮ ਉਹਨੇ ਬੁਰੀ ਹਰਕਤ ਕੀਤੀ ਪਾਕਿਸਤਾਨ ਦੇ ਖਿਲਾਫ, ਮਾੜੀ, ਤੁਹਾਨੂੰ ਗੁੱਸਾ ਚੜਿਆ? ਮੈਨੂੰ ਗੁੱਸਾ ਚੜਿਆ। ਫਿਰ ਤੁਸੀਂ ਕੀ ਗੁੱਸੇ ਦਾ ਇਜ਼ਹਾਰ ਕਿਵੇਂ ਕੀਤਾ? ਗੁੱਸੇ ਦਾ ਇਜ਼ਹਾਰ ਮੈਂ ਇੰਜ ਕੀਤਾ, ਮੈਨੂੰ ਪਹਿਲੇ ਇੱਥੇ ਪੁੱਛ ਮੈਨੂੰ ਗੁੱਸਾ ਕਿਸ ਚੀਜ਼ ਤੇ ਚੜਿਆ? ਕਿਸ ਚੀਜ਼ ਤੇ ਚੜਿਆ? ਜਦੋਂ ਤੁਸੀਂ ਸਾਡੀ ਧੁਲਾਈ ਕੀਤੀ। ਬਿਲਕੁਲ ਕੀਤੀ। ਜਦੋਂ ਤੁਸੀਂ ਸਾਡੀ ਠੁਕਾਈ ਕੀਤੀ। ਬਿਲਕੁਲ ਕੀਤੀ। ਜਦੋਂ ਤੁਸੀਂ ਸਾਡੇ S-400 ਦੀ ਤਬਾਹੀ ਕੀਤੀ। ਉਹ ਰਾਫੇਲ ਵੀ ਨਾਲ ਹੀ ਨਾਲ ਲੈ ਲਿਆ ਕਰੋ। ਓਏ ਇੱਕ ਮਿੰਟ, ਰਾਫੇਲ ਐਵੇਂ ਨਾਲ ਲੈ ਲਈਏ? ਪੈਸੇ ਵੱਖਰੇ ਵੱਖਰੇ ਦਿੱਤੇ ਤੇ ਨਾ ਅਸੀਂ ਇਕੱਠਾ ਲਈਏ? ਵਾਹ ਤੇਰੀ ਇੱਜ਼ਤ ਕੇ ਜਾਵਾਂ, ਤੂੰ ਇੱਥੇ ਕਰਨ ਅਰਜੁਨ ਵੇਖਣ ਬੈਠਾ ਹੈ। ਮਤਲਬ ਸਾਡਾ ਲੱਖਾਂ ਡਾਲਰ ਲੱਗਿਆ ਤੇ ਅਸੀਂ ਉਹਦਾ ਨਾਂ ਇਕੱਠਾ ਲੈ ਲਈਏ। ਅਸੀਂ ਉਹਦਾ ਨਾਂ ਰੱਖਿਆ ਕੀ? ਅਰਬਾਂ ਡਾਲਰ ਦਾ ਰਾਫੇਲ। ਪਾਕਿਸਤਾਨ ਨੇ ਜਿਹੜੀ ਸੁਲ੍ਹਾ ਕਰਵਾਈ ਅਮਰੀਕਾ ਈਰਾਨ ਦੀ, ਉਹਦੇ ਪਾਕਿਸਤਾਨ ਨਾਲ ਮੇਰੀ ਇਹ ਤੇ ਮੋਦੀ ਨਾਲ ਲੜਾਈ ਚੱਲ ਰਹੀ। ਪਾਕਿਸਤਾਨ ਅਮਨ ਪਸੰਦ ਹੈਗਾ ਤੇ ਮੋਦੀ ਉਸ ਅਮਨ ਨੂੰ ਖਰਾਬ ਕਰਨਾ ਚਾਹੁੰਦਾ। ਮੋਦੀ ਜੰਗ ਪਸੰਦ ਹੈ, ਮੋਦੀ ਬਸ ਪੰਗਾ ਪਸੰਦ ਹੈ, ਮੋਦੀ ਸ਼ਰ ਪਸੰਦ ਹੈ। ਮੋਦੀ ਬਸ ਸ਼ਰ ਪਸੰਦ ਕਰਦਾ ਹੈ, ਹਾਂ, ਤੇ ਸ਼ਰ ਕਰ ਨਹੀਂ ਸਕਦਾ। ਮੋਦੀ ਡਾਂਸ ਪਸੰਦ ਹੈ। ਮੈਂ ਕਹਿੰਦਾ ਮੋਦੀ ਡਾਂਸ ਪਸੰਦ ਕਰਦਾ ਲੇਕਿਨ ਨੱਚ ਨਹੀਂ ਸਕਦਾ। ਮੋਦੀ ਨੂੰ ਕੀ ਪਸੰਦ ਹੈ? मोदी को बेस पसंद है, क्योंकि बेबी को बेस पसंद है। ਉਹ ਭਲਾ ਕਿਹੜੀ ਬੇਸ? ਕਿਹੜੀ? ਜਿਹੜੀ ਤੁਸੀਂ ਸਾਡੀ ਤਬਾਹ ਕਰਤੀ। ਅੱਛਾ, ਉਹ ਬੇਸ ਪਸੰਦ ਸੀ ਉਹਨਾਂ ਨੂੰ? ਲੈ ਐਸੀ ਮੋਦੀ ਉੱਥੇ ਲੁਕ ਲੁਕ ਕੇ ਜਾਂਦਾ ਸੀ। ਓਏ ਉਹ ਜਿਹੜਾ ਗਾਣਾ ਨਹੀਂ ਬਣਿਆ ਬੇਬੀ ਕੋ ਬੇਸ ਪਸੰਦ ਹੈ, ਹਾਂ, ਉਹਦਾ ਫਿਰ ਇਹਨੇ ਕਾਪੀ ਕਰਾ ਕੇ ਉਹਦਾ ਬਣਾਇਆ ਮੋਦੀ ਕੋ ਬੇਸ ਪਸੰਦ ਹੈ। ਤੁਸੀਂ ਫਨਕਾਰ ਹੋ, ਕਾਮੇਡੀਅਨ ਹੋ, ਹਾਂ, ਤੁਸੀਂ ਸਿਆਸਤ ਵਿੱਚ ਆਏ, ਹਾਂ, ਤੇ ਇੱਕ ਉਹ ਵਾਲਾ ਆਡੀਅנס ਤੇ ਇੱਕ ਇਹ ਆਡੀਅנס ਜਿਨ੍ਹਾਂ ਦੇ ਸਾਹਮਣੇ ਤੁਸੀਂ ਹੁਣ ਮੁਖਾਤਬ ਹੋ, ਕੀ ਫਰਕ ਸਮਝਦੇ ਹੋ ਦੋਵਾਂ ਦੇ ਵਿੱਚ? ਇਹ ਜ਼ਰਾ ਦੱਸੋ ਜ਼ਰਾ ਸਾਰੇ ਕਿ ਤੁਸੀਂ ਮੈਨੂੰ ਕਿੰਨਾ ਪਸੰਦ ਕਰਦੇ ਹੋ। ਇਹ ਸੁਣਨਾ ਜ਼ਰਾ। ਯੂੰ
ਤਾਂ ਤੁਹਾਡੀ ਬੜੀ ਤਾਰੀਫ ਕਰਦੇ ਮੈਨੂੰ, ਤੁਹਾਡੇ ਤੇ ਬੜੇ ਇਹ ਪੈਸੇ ਦੇ ਕੇ ਨਾਰੇ ਲਵਾ ਰਹੇ ਹੋ। ਓਏ ਇੱਥੇ ਪੈਸੇ ਥੋੜਾ ਦੇਈਦੇ ਨੇ, ਇੱਥੇ ਵਕਤ ਦੇਈਦਾ, ਵਾਅਦੇ ਪੂਰੇ ਦੇਈਦੇ ਨੇ, ਮਨਸ਼ੂਰ ਪੱਕਾ ਦੇਈਦਾ, ਲੋਕਾਂ ਨੂੰ ਸਹੂਲਤਾਂ ਦੇਈਦੀਆਂ ਨੇ। ਭਗਵੰਤ ਮਾਨ ਸਾਹਿਬ ਤੁਹਾਡੇ ਮੁਖਾਲਫੀਨ ਜਿਹੜੇ ਨੇ ਉਹ ਤੁਹਾਡੇ ਤੇ ਬੜੇ ਇਲਜ਼ਾਮ ਲਾਉਂਦੇ ਪਏ। ਓਏ ਲਾਂਦੇ ਉਹਨਾਂ ਨੂੰ। ਉਹ ਕਹਿੰਦੇ ਨੇ ਕਿ ਅਗਲੀ ਦਫਾ ਇਹਨੂੰ ਛਿੱਤਰ ਪੈਣਗੇ, ਇਹਨੂੰ ਜੁੱਤੀਆਂ ਵੱਜਣਗੀਆਂ, ਇਹਨੂੰ ਕੋਈ ਸੀਟ ਨਹੀਂ ਲੱਭੇਗੀ। ਦੇਖ ਮੇਰੀ ਗੱਲ ਸੁਣ, ਖੁਸ਼ਫਹਿਮੀ ਤੇ ਖੁਸ਼ ਹੋਈ ਫਰਕ ਹੈਗਾ। ਅੱਛਾ। ਉਹ ਕਹਿੰਦੇ ਨੇ ਕਿ ਖੁਸ਼ ਰਹੋ, ਹਾਂਜੀ, ਮਗਰ ਖੁਸ਼ਫਹਿਮੀ ਚ ਨਾ। ਅੱਛਾ। ਉਹ ਖੁਸ਼ਫਹਿਮੀ ਚ ਰਹਿ ਰਹੇ ਨੇ ਕਿ ਮੈਨੂੰ ਜੁੱਤੀਆਂ ਵੱਜਣਗੀਆਂ। ਬਈ ਮੈਂ ਤੇ ਜੁੱਤੀ ਸਸਤੀ ਇੰਨੀ ਕਰ ਦਿੱਤੀ ਹੈ, ਤੂੰ ਮਾਰਦਾ ਹੀ ਨਹੀਂ। ਭਗਵੰਤ ਮਾਨ ਸਾਹਿਬ ਤੁਹਾਡੇ ਤੇ ਇੱਕ ਹੋਰ ਇਲਜ਼ਾਮ ਹੈਗਾ। ਉਹ ਕੀ? ਉਹ ਕਹਿੰਦੇ ਨੇ ਕਿ ਕਾਂਗਰਸ ਤੇ ਬੀਜੇਪੀ ਨੂੰ ਤੁਸੀਂ ਵੈਸੇ ਉੱਤੋਂ ਗਾਲਾਂ ਕੱਢਦੇ ਹੋ, ਲੇਕਿਨ ਵਿੱਚੋਂ ਤੁਸੀਂ ਇੱਕ ਹੋ। ਲੈ, ਵਿੱਚੋਂ ਸਾਰੇ ਇੱਕੋ ਜਿਹੇ ਹੁੰਦੇ ਨੇ, ਅੱਛਾ, ਫਰਕ ਕੋਈ ਨਹੀਂ ਹੁੰਦਾ। ਅੱਛਾ, ਐਵੇਂ ਰੰਗ ਰੁੰਗ ਦਾ ਫਰਕ ਹੁੰਦਾ। ਨਹੀਂ ਇਹਦਾ ਮਤਲਬ ਹੈ ਤੁਹਾਡੀ ਓਪੋਜੀਸ਼ਨ ਜਿਹੜੀ ਹੈ ਉਹ ਤੁਸੀਂ ਦੋਸਤੀ ਕੀਤੀ ਉਹਨਾਂ ਦੇ ਨਾਲ। ਦੇਖ ਮੈਂ ਆਪੋਜੀਸ਼ਨ ਨਾਲ ਦੋਸਤੀ ਦੀ ਕੋਸ਼ਿਸ਼ ਕਰ ਰਿਹਾ, ਦੋਸਤੀ ਦੇ ਨਾਲ ਚੱਲ ਫਿਰ ਕੇ ਜੋ ਮਜ਼ੇ ਨੇ। ਅੱਛਾ। ਉਹ ਤੈਨੂੰ ਪਤਾ ਲੜਾਈ ਝਗੜੇ ਚ ਹੈ ਨਹੀਂ। ਅੱਛਾ। ਇਹ ਉਹ ਸੁਣਿਆ ਉਹ ਬੋਲੀਆਂ ਸਨ। ਹਾਂਜੀ। ਪਾਰੀ ਬਰਸੀ ਖਟਣ ਗਿਆ ਤੇ ਖਟ ਕੇ ਲਿਆਂਦਾ ਲੱਡੂ। ਖੱਟ ਕੇ ਲਿਆਂਦਾ ਲੱਡੂ। ਹਾਂ। ਅੱਛਾ। ਉਹ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਜੇ ਡੱਡੂ। ਓਏ ਹੱਸ ਕੀ ਹੋਇਆ ਤੈਨੂੰ? ਇੱਕ ਬੋਲੀ ਭਗਵੰਤ ਮਾਨ ਸਾਹਿਬ ਹੋਰ ਹੋ ਜਾਵੇ। ਓਏ ਇੱਕ ਬੋਲੀ ਨਹੀਂ, ਮੈਂ ਤੈਨੂੰ ਪੂਰੇ ਬੋਲ ਸੁਣਾਣਾ। ਅੱਛਾ, ਪੂਰਾ ਗਾਣਾ ਸੁਣਾਣਾ। ਗਾਣਾ ਸੁਣਾਓਗੇ? ਉਹ ਮੈਂ ਤਾਂ ਇੱਕ ਸਿੰਗਰ ਵੀ ਬੁਲਾਇਆ ਹੈਗਾ ਜਲਸੇ ਚ। ਆਹੋ, ਆਵਾਮ ਦੇ ਮਨੋਰੰਜਨ ਲਈ ਪੂਰਾ ਪੈਕੇਜ, ਯਾਨੀ ਕਿ ਤੁਸੀਂ ਜਲਸੇ ਚ ਨਾ ਰੱਖਿਆ ਹੁੰਦਾ। ਦੇਖ ਪੂਰਾ ਪੈਕੇਜ ਹੋਵੇ ਨਾ ਹਾਂ ਤੇ ਨੈਟ ਦੀ ਸਪੀਡ ਬੜੀ ਅੱਛੀ ਆਂਦੀ। WhatsApp ਕਾਲਿੰਗ ਵੀ ਫ੍ਰੀ, ਮਿੰਟ ਵੀ ਫ੍ਰੀ, SMS ਵੀ, ਅੱਛਾ, ਅਦਰ ਨੈਟਵਰਕ ਵੀ। ਕਾਮੇਡੀਅਨ ਤੁਸੀਂ, ਹਾਂ, ਤਾੜੀਆਂ ਮਾਰਨ ਵਾਸਤੇ ਸਾਹਮਣੇ ਆਵਾਮ, ਹਾਂ, ਤੇ ਨਾਲ ਤੁਸੀਂ ਸਿੰਗਰ ਵੀ ਰੱਖਿਆ। ਤੇ ਹੋਰ ਕੀ ਚਾਹੀਦਾ? ਤੇ ਸਾਨੂੰ ਸੁਣਾਓ ਫਿਰ ਸਿੰਗਰ ਫਟਾਫਟ ਆ ਕੇ ਅਸੀਂ ਸੁਣੀਏ। ਉਹ ਭਾਈ ਖੁਸ਼ੀਏ ਆ ਜਾ। ਉਹ ਬੜੂਮ ਬੜੂਮ ਨਾ ਕਰ। ਪੈਂਚਰ ਹੈ ਤੁਹਾਡਾ ਖੁਸ਼ੀ ਆ? ਇਹ ਬਸ ਪੈਂਚਰ ਨਹੀਂ ਹੈਗਾ, ਇਹ ਬਸ ਬਬਲਿੰਗ ਕਰਨ ਡਿਆ, ਇਹਦੇ ਚ ਗੈਟਸ ਰਖਾਇਆ। ਮੈਂ ਕਿਹਾ ਸ਼ਾਇਦ ਟਿਊਬ ਤੁਸੀਂ ਪਾਣੀ ਚ ਪਾਈਏ ਤੇ ਬੂਆ ਕਰਦਾ ਪਿਓ। ਆ ਚੱਲ ਫਿਰ ਕਾਕਾ ਗਾਣਾ ਗਾ ਹੁਣ। ਹੋ ਲਵਾ ਇਸ਼ਕ ਦੀ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਛੜੀਆਂ ਕੁਮਾਰੀਆਂ। ਲਵਾ ਇਸ਼ਕ ਦੀ ਅੰਬਰੀ ਉਡਾਰੀਆਂ, ਮੈਨੂੰ ਪਿਆਰ ਦੀਆਂ ਛੜੀਆਂ ਕੁਮਾਰੀਆਂ। ਮੈਨੂੰ ਪਿਆਰ ਦੀਆਂ ਛੜੀਆਂ ਖੁਮਾਰੀਆਂ। ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗਦੇ, ਪੈਰ ਨਾ ਜ਼ਮੀਨ ਉੱਤੇ ਲੱਗਦੇ, ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ, ਅਸੀਂ ਸੁਪਨੇ ਵੀ ਮਿੱਠੇ ਮਿੱਠੇ ਠੱਗਦੇ। ਨਾ ਗੱਲ ਮੇਰੇ ਵਸਦੀ ਰਹੀ, ਨਾ ਗੱਲ ਮੇਰੇ ਵਸਦੀ ਰਹੀ। ਉਹ ਕਾਕਾ ਜਦ ਤੇਰੇ ਗੱਲ ਵਸਦੀ ਨਹੀਂ ਹੈ ਤੇ ਤੂੰ ਪੰਗਾ ਕਾਹਦੇ ਲਈ ਲੈਣ ਡਿਆ? ਭਗਵੰਤ ਮਾਨ ਸਾਹਿਬ ਮੈਨੂੰ ਲੱਗਦਾ ਤੁਹਾਨੂੰ ਇਲੈਕਸ਼ਨ ਹਰਵਾਏਗਾ। ਇਹ ਮੈਨੂੰ ਲੱਗਦਾ ਮੋਦੀ ਭੇਜਿਆ। ਤੁਸੀਂ ਜਲਸੇ ਚ ਲਿਆਉਣ ਤੋਂ ਪਹਿਲੇ ਇਹਨੂੰ ਦਿਲਜੀਤ ਦੋਸਾਂਝ ਦੇ, ਹਾਂ, ਆਪਣੇ ਜਿਹੜੇ ਤੁਹਾਡੇ ਪੰਜਾਬੀ ਸਿੰਗਰ ਨੇ ਉਹਨਾਂ ਦੇ ਗਾਣੇ ਕਿਉਂ ਨਹੀਂ ਓਏ ਉਹ ਸੁਣਦੇ? ਤੇ ਬੱਬਰ ਸ਼ੇਰ ਸਿੰਗਰ ਹੈਗਾ। ਸਾਡੀ ਪੰਜਾਬੀ ਸਿੰਗਰ ਹੈ ਨਸੀਬੋ ਲਾਲ, ਉਹਦੇ ਗਾਣੇ ਸੁਣਾ ਦਿਆ ਕਰੋ। ਚੱਲ ਬਿੱਕੋ ਚਲੰਤਰ ਜਿਹਾ ਗਾਣਾ ਸੁਣਾ ਜ਼ਰਾ। ਹੋ ਰੌਣਕ ਹੋ ਜੂ ਘਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਚਲਿਏ ਚਲਿਏ। ਆਲੇ ਖੜ ਕੁੰਜੀਆਂ ਤੇ ਸਾਂਭਲੇ ਤਿਜੋਰੀਆਂ, ਆਲੇ ਖੜ ਕੁੰਜੀਆਂ ਤੇ ਸਾਂਭਲੇ ਤਿਜੋਰੀਆਂ। ਖਸਮਾਂ ਨੂੰ ਖਾਂਦਈ ਤੇਰਾ ਘਰ ਵੇ, ਚੱਲ ਮੇਲੇ ਨੂੰ ਚਲੀਏ। ਚੱਲ ਮੇਲੇ ਨੂੰ ਚਲੀਏ। ਚੱਲ ਬਈ ਹਾਫਿਜ਼ ਨਾਲ ਜਾਣਾ ਸਾਡੇ। ਭਗਵੰਤ ਮਾਨ ਸਾਹਿਬ ਜੋ ਗੱਲਾਂ ਦੀਆਂ ਗੱਲਾਂ, ਮੁੰਡਾ ਤੁਹਾਡਾ ਬੜਾ ਸੁਰੀਲਾ ਵੇ, ਪਰ ਇਹਦੀ ਗਾਣਿਆਂ ਦੀ ਚੁਆਇਸ ਸਹੀ ਕਰਾਓ ਜਲਸਿਆਂ ਲਈ। ਉਹ ਭਾਈ ਤੂੰ ਆਪਣੀ ਗੱਲ ਸਹੀ ਕਰ। ਇਹ ਮੁੰਡਾ ਮੇਰਾ ਨਹੀਂ, ਮੁੰਡਾ ਆਪਣੇ ਮਾਪਿਓ ਦਾ ਹੈਗਾ। ਇਹ ਮੇਰਾ ਸਿਰਫ ਸਪੋਰਟਰ ਹੈਗਾ। ਪਾਰਟੀ ਦਾ ਕੋਈ ਐਂਥਮ ਬਣਾਓ, ਐਂਥਮ। ਐਂਥਮ ਉਹ ਹੁਣ ਉਦੋਂ ਹੀ ਬਣੇਗਾ ਜਦੋਂ ਮੈਂ ਵਜ਼ੀਰ ਆਜ਼ਮ ਪ੍ਰਧਾਨ ਮੰਤਰੀ ਬਣਾਂਗਾ। ਯਾਨੀ ਕਿ ਤੁਸੀਂ ਸ਼ਕੀਰਾ ਕੋਲੋਂ ਗਵਾਓਗੇ ਫਿਰ ਉਹ ਗਾਣਾ। ਹਾਂ, ਸ਼ਕੀਰਾ ਅਗਰ ਤੁਹਾਡਾ
ਪਾਰਟੀ ਦਾ ਨਗਮਾ ਬਣਾਏਗੀ ਤੇ ਕਿਵੇਂ ਬਣਾਏਗੀ ਇਹ ਖੁਸ਼ੀਆਂ ਸਾਨੂੰ ਸੁਣਾ ਸਕਦਾ ਹੈ? ਉਹ ਐਵੇਂ ਐਵੇਂ ਕਰਕੇ ਬਣਾਏਗੀ, ਸਮੀਨਾ, ਬੁਸ਼ਰਾ, ਨਸਰੀਨ, ਏ ਓ ਸਾਗਣਾ ਮਿਨਾ ਏ ਵਕਾ ਵਕਾ ਏ ਸਾਗਣਾ ਮਿਨਾ ਨੋ ਮਗੜੇਵਾ ਦਿਸ ਟਾਈਮ ਫॉर ਅਫਰੀਕਾ ਸਾਗਣਾ ਮਿਨਾ ਏ ਵਕਾ ਵਕਾ ਏ ਸਾਗਣਾ ਮਿਨਾ ਨੋ ਮਗੜੇਵਾ ਦਿਸ ਟਾਈਮ ਫॉर ਅਫਰੀਕਾ। भगवंत मान साहब, ਹਾਂਜੀ। क्या बात है, क्या बात है। खुशियां ट्रेंड करते पे हो। ਉਹ ਖੁਸ਼ੀਆਂ ਮੈਨੂੰ ਲੱਗਦਾ ਨਚਾਣ ਆਇਆ। खुशियां जे ਤੁਹਾਡੇ ਕੋਲ 2027 ਦੇ ਇਲੈਕਸ਼ਨ ਦੀ ਟਿਕਟ ਮੰਗ ਬੈਠਾ ਆਹੋ, ਤੇ ਕੀ ਖੁਸ਼ੀਆਂ ਨੂੰ ਇਲੈਕਸ਼ਨ ਲੜਾਓਗੇ? ਮੈਂ ਕਹਿੰਦਾ ਪਹਿਲੇ ਖੁਸ਼ੀਆਂ ਦੀ ਜਿੱਡੀ ਲੰਮੀ ਧੌਣ ਹੈ ਨਾ, ਇਹਨੂੰ ਮੈਂ ਪਹਿਲੇ ਲੰਮੀ ਧੌਣ ਵਾਲੇ ਕੁੱਕੜਾਂ ਨਾਲ ਲੜਾਵਾਂਗਾ। ਉਸ ਤੋਂ ਅਗਰ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਖੁਸ਼ੀਏ ਕੋਲੋਂ ਹਾਂ ਦਿਲ ਦਿਲ ਪਾਕਿस्तान सुन लवां। ਹਾਂ ਸੁਣ ਲੈ ਇਹਨੂੰ ਆਪਣੇ ਨਾਲ ਬੁਲਾ ਕੇ, ਚੱਲ ਪੁੱਤਰ ਇੱਥੇ ਟੁਰ ਜ਼ਰਾ, ਇੱਥੇ ਖਲੋ ਕੇ ਇਹਨੂੰ ਦਿਲ ਦਿਲ ਪਾਕਿਸਤਾਨ ਸੁਣਾ ਦੇ। ਦਿਲ ਦਿਲ ਪਾਕਿਸਤਾਨ ਜਾ ਜਾ ਪਾਕਿਸਤਾਨ ਦਿਲ ਦਿਲ ਪਾਕਿਸਤਾਨ ਜਾ ਜਾ ਪਾਕਿਸਤਾਨ ਦਿਲ ਦਿਲ ਪਾਕਿਸਤਾਨ ਜਾ ਜਾ ਪਾਕਿਸਤਾਨ ਦਿਲ ਦਿਲ पाकिस्तान जा जा पाकिस्तान। दिल दिल से मिलते हैं तो प्यार का चेहरा बनता है, चेहरा बनता है। फूल की लड़ी में पिरोए तो फिर सेरा बनता है, सेरा बनता है। दिल दिल पाकिस्तान जा जा पाकिस्तान दिल दिल पाकिस्तान जा जा पाकिस्तान टाइम। ਲੈ ਵੀ ਉਧਰਲੀ ਆਵਾਮ ਨੂੰ ਮੈਂ ਸ਼ੁਕਰੀਆ ਕਹਿ ਆਵਾਂ। ਲੋ ਫਿਰ ਸਤਿ ਸ੍ਰੀ ਅਕਾਲ, ਜੱਸ ਦਿਓ, ਫਿਰ ਹੁੰਦੀ ਮੁਲਾਕਾਤ। कैसा फुद्दू बनाया आवाम ने। चलो हम क्लोजिंग दियो, फिर जाना भी हैगा। ये नकलबाजियां फैमिली का प्यार है। यकीन जाने इस शो की रिकॉर्डिंग के पीछे आप जानते भी होंगे जो इस काम से वाबस्ता है, बड़ी मेहनत होती है। आपके होंठों पे मुस्कुराहट, चेहरों पे मुस्कान लाने के लिए ये हम सब टीम मिलके, हमारे कैमरा के पीछे इमरान इकबाल सब मिलकर सब बड़ी मेहनत करते हैं। और ये एक डमी करैक्टर है, हम बार बार डिस्क्लेमर देते हैं कि आप इसको पर्सनल मत लीजिएगा, पर्सनल मत लीजिएगा। हाँ, एक काम जो है उसको पर्सनल जरूर लीजिएगा, वो है इमरान नवाब साहब हमारे चैनल को सब्सक्राइब जरूर कीजिएगा, हाँ, कमेंट जरूर कीजिएगा, ये पर्सनल लेके काम कीजिएगा। हम उम्मीद करते हैं चढ़ते पंजाब के वजीर आला भगवंत मान आपको पसंद आए होंगे और आपने उनकी बातों से बहुत लुत्फ उठाया होगा। और ये है भगवंत मान और ये है खुशिया, ये सारे पाकिस्तानी ने हमने एक प्रोग्राम रिकॉर्ड किया। अच्छा भगवंत भाजी, इस गल का बुरा ना मनाना, ਜਦੋਂ ਤੁਸੀਂ ਵਜ਼ੀਰ ਆਜ਼ਮ ਬਣ ਜਾਣਾ ਮੈਨੂੰ ਵੀਜ਼ਾ ਭੇਜਣਾ ਤੁਸੀਂ, ਸਾਨੂੰ ਸਾਰਿਆਂ ਨੂੰ ਵੀਜ਼ਾ ਭੇਜ ਦੇਣਾ। ਅਸੀਂ ਸਾਰੇ ਜਿਹੜੇ ਨੇ ਉੱਥੇ ਆ ਕੇ ਭੰਗੜੇ ਪਾਵਾਂਗੇ। ਅਸੀਂ ਉਮੀਦ ਕਰਨੀ ਹੈ ਕਿ ਤੁਹਾਡੀ ਸੋਚ ਜਿਹੜੀ ਏ ਉਹ ਗੰਦੇ ਮੋਦੀ ਗੰਦੇ ਮੀਡੀਆ ਨਾਲੋਂ ਹਟ ਕੇ ਹੋਵੇ। ਹਾਏ ਹਾਏ, ਉਹ ਸਨੀ ਦੇਵਲ ਜਿਹੜੀ ਗੱਡੀ ਲੋਡ ਛੱਡ ਗਿਆ ਸੀ ਨਾ, ਮੈਂ ਨਿਕਲਾ ਗੱਡੀ ਲੈ ਕਰ, ਉਹ ਗੱਡੀ ਮੈਂ ਵਾਪਸ लेके आऊंगा। तो एंड पे एक नारा ना लगा दिया जाए, आवाज कहां तक जानी चाहिए? इंडिया तक, मोदी तक। अल्लाह ताला आपका, मेरा, हम सबका और खासकर पाकिस्तान का हामी और नासिर हो। एक छोटी सी दरखास्त, अपने वालिदैन की इज्जत किया करें, उनका अदब, उनका एहतराम, उनकी खिदमत लाजमी किया करें। अल्लाह हाफिज। पाकिस्तान जिंदाबाद।